वाहिगुरू जी का खालसा वाहिगुरू जी की फतेह। ਅੱਜ ਦੇ ਦਿਨ ਦੀ ਐਪੀਸੋਡ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਸ਼੍ਰੀਲੰਕਾ ਤੋਂ ਤੇ ਸ਼ਹਿਰ ਹੈ ਕੋਲੰਬੋ। ਕੋਲੰਬੋ ਸ਼੍ਰੀਲੰਕਾ ਦੀ ਰਾਜਧਾਨੀ ਹੈ ਤੇ ਦਿੱਲੀ ਤੋਂ ਇੱਥੇ ਪਹੁੰਚਣ ਵਾਸਤੇ ਬਾਈ 에ਅਰ ਤਕਰੀਬਨ 3.5 ਘੰਟੇ ਦਾ ਸਮਾਂ ਲੱਗਦਾ ਹੈ। ਅਸੀਂ ਕੱਲ ਰਾਤ ਗੁਰਦੁਆਰਾ ਸਾਹਿਬ ਪਹੁੰਚੇ ਸੀ, ਗੁਰਦੁਆਰਾ ਨਾਨਕ ਦਰਬਾਰ। ਉੱਥੇ ਜਗ੍ਹਾ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਰਾਤ ਇਸ ਹੋਟਲ ਵਿੱਚ ਠਹਿਰੇ ਤੇ ਹੁਣ ਚਾਲੇ ਪਾਉਣ ਦੀ ਤਿਆਰੀ ਕਰ ਰਹੇ ਹੈਗੇ ਆ ਗੁਰਦੁਆਰਾ ਸਾਹਿਬ ਜਾਣ ਵਾਸਤੇ, ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਿਆ। ਆਪ ਜੀ ਨੂੰ ਉੱਥੇ ਲੈ ਕੇ ਚੱਲੇ ਆ। ਕੱਲ੍ਹ ਉੱਥੇ ਮੱਥਾ ਟੇਕ ਕੇ ਅਰਦਾਸ ਕਰਕੇ ਆਏ ਸੀ। ਅੱਜ ਗੁਰਦੁਆਰਾ ਸਾਹਿਬ ਪੂਰੀ ਤਰੀਕੇ ਨਾਲ ਸ਼ੂਟ ਕਰਾਂਗੇ ਤੇ ਉਸ ਗੁਰਦੁਆਰਾ ਸਾਹਿਬ ਦੇ ਬਾਰੇ 'ਚ ਆਪ ਨੂੰ ਉੱਥੇ ਦਾ ਜਿਹੜਾ ਇਤਿਹਾਸ ਹੈ ਉਹ ਵੀ ਦੱਸਾਂਗੇ। ਆਓ ਸਾਡੇ ਨਾਲ ਤੁਸੀਂ ਚਲੋ ਗੁਰਦੁਆਰਾ ਨਾਨਕ ਦਰਬਾਰ। ਮੇਰੀ ਬਾਬਾ ਨਾਨਕਾ ਛੱਡੀ ਨਾ ਕਦੇ, ਮੇਰੀ ਬਾਬਾ ਨਾਨਕਾ ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ ਤੂੰ ਗੁਨਾਹ। ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜਿੱਥੇ ਅਸੀਂ ਠਹਿਰੇ ਸੀ ਉੱਥੋਂ ਤਕਰੀਬਨ 5 ਮਿੰਟ ਦੀ ਡਰਾਈਵ ਤੇ ਹੈਗਾ ਸੀ, ਪ੍ਰੀਟੀ ਕਲੋਜ਼। ਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਚੱਲੇ ਹੈਗੇ ਆ। ਆਪਣੀ ਗੱਡੀ ਨਾ ਲਿਆਉਣ ਦੀ ਵਜ੍ਹਾ ਕਰਕੇ ਅਸੀਂ ਇਹ ਗੱਡੀ ਰੈਂਟ ਕੀਤੀ ਹੋਈ ਹੈਗੀ, ਕਿਉਂਕਿ ਇਹ ਮੇਰੀ ਯਾਤਰਾ ਹੈ ਜਿਹੜੀ ਮੈਂ ਆਪ ਗੱਡੀ ਡਰਾਈਵ ਕਰਕੇ ਪੂਰੀ ਕਰਨੀ ਹੈ। ਇਸ ਕਰਕੇ ਇਹ ਗੱਡੀ ਮੈਂ ਆਪ ਹੀ ਚਲਾ ਰਿਹਾ ਹੈਗਾ। ਤੇ ਇੱਥੋਂ ਅੱਜ ਤੁਹਾਨੂੰ ਅਸੀਂ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਤੇ ਇੱਥੇ 3 ਮੁੱਖ ਚੀਜ਼ਾਂ ਨੇ ਜਿਹੜੀਆਂ ਮੇਨ ਨੇ। ਇੱਕ ਤੇ ਗੁਰਦੁਆਰਾ ਸਾਹਿਬ ਜਿੱਥੇ ਚੱਲੇ ਆ ਯਾਦ ਵਿੱਚ ਬਣਿਆ ਹੈ ਮਹਾਰਾਜ ਦੀ। ਦੂਸਰਾ ਇੱਕ ਇਤਿਹਾਸਿਕ ਗੁਰਦੁਆਰਾ ਹੈ ਤੇ ਤੀਸਰਾ ਇੱਕ ਸਥਾਨ ਹੈ ਜਿੱਥੇ ਪੱਥਰ ਦੇ ਉੱਤੇ ਪੰਜਾਬੀ 'ਚ ਕੋਈ ਲਿਖਿਆ ਹੈਗਾ, ਇੱਕ ਉਹ ਸਥਾਨ ਹੈ। ਤੇ ਬਾਕੀ ਸਥਾਨਾਂ ਦੇ ਉੱਤੇ ਕੋਈ ਗੁਰਦੁਆਰਾ ਸਾਹਿਬ ਨਹੀਂ ਨੇ ਐਸਾ ਸਾਨੂੰ ਦੱਸਿਆ ਗਿਆ ਹੈ, ਲੇਕਿਨ ਉਹ ਸਥਾਨ ਨੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ ਗਏ ਨੇ। ਉੱਥੇ ਜਾ ਕੇ ਲੱਭਾਂਗੇ, ਹੋ ਸਕਦਾ ਹੈ ਸਾਨੂੰ ਕੁਝ ਟ੍ਰੇਸਿਸ ਉੱਥੇ ਲੱਭ ਜਾਣ, ਜਾਂ ਕੋਈ ਉਦਾਸੀਆਂ ਦੇ ਡੇਰੇ ਜਾਂ ਕੋਈ ਐਸੇ ਮੰਦਿਰ ਜਿੱਥੇ ਉਹਨਾਂ ਦੇ ਪਹੁੰਚਣ ਦੇ ਕੋਈ ਸਾਨੂੰ ਸਬੂਤ ਇਸ ਤਰ੍ਹਾਂ ਦੇ ਮਿਲਣ ਜੋ ਕਿ ਅਸੀਂ ਆਪ ਜੀ ਨੂੰ ਦੱਸ ਸਕੀਏ। ਅਦਰਵਾਈਜ਼ ਤੁਹਾਨੂੰ ਉਹ ਸਾਰੇ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਜਿਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੈਗਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਸ ਵਕਤ ਸ਼੍ਰੀਲੰਕਾ ਆਗਮਨ ਹੋਇਆ ਤੇ ਕਿਹੜੇ ਸਥਾਨਾਂ ਤੋਂ ਹੋ ਕੇ ਗੁਜ਼ਰੇ। ਸ਼੍ਰੀਲੰਕਾ ਦੇ ਅੰਦਰ ਵੀ ਟ੍ਰੈਫਿਕ ਜਿਹੜਾ ਹੈਗਾ ਉਹ ਇੰਡੀਆ ਵਰਗਾ ਜਾਂ ਤੁਸੀਂ ਥਾਈਲੈਂਡ ਵਰਗਾ ਕਹਿ ਸਕਦੇ ਹੈਗੇ ਹੋ ਕਿ ਸਵੇਰੇ ਮਾਰਨਿੰਗ ਟਾਈਮ ਕਾਫੀ ਬਿਜ਼ੀ ਹੈਗਾ। ਤੇ ਕੱਲ ਰਾਤੀ ਤੇ ਅਸੀਂ ਆਰਾਮ ਨਾਲ ਪਹੁੰਚ ਗਏ ਸੀਗੇ, ਲੇਕਿਨ ਹੁਣ ਸਾਨੂੰ ਘੱਟ ਤੋਂ ਘੱਟ 20-25 ਮਿੰਟ ਲੱਗ ਗਏ ਨੇ, ਜਿਹੜਾ ਕਿ ਰਸਤਾ ਕੱਲ 5 ਮਿੰਟ ਤੈਅ ਹੋਇਆ ਸੀਗਾ। ਸੋ ਟ੍ਰੈਫਿਕ ਦੀ ਮਾਰਾਮਾਰੀ ਹਰ ਜਗ੍ਹਾ ਤੇ ਹੀ ਹੈਗੀ। ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀ। ਹੁਣ ਅਸੀਂ ਆਪ ਪੁੱਜੇ ਗਏ ਹਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ। ਆਓ ਅੰਦਰ ਚੱਲੇ ਹਾਂ ਤੇ ਆਪ ਜੀ ਨੂੰ ਦਰਸ਼ਨ ਕਰਾਣੇ। ਤੂੰ ਵੱਡਦਾ अंतर्यामी सब में है रव्या पूर्ण प्रभु स्वामी, सब में है रव्या पूर्ण प्रभु स्वामी। कर कृपा तेरे गुण गावां, कर कृपा तेरे गुण गावां, कर कृपा तेरे गुण गावां, कर कृपा तेरे गुण गावां। नानक नाम जपत सुख पाया, नानक नाम जपत सुख पाया। कर कृपा तेरे गुण गावां, कर कृपा तेरे गुण गावां। कल जुग बाबे तारिया, सत नाम पढ़ मंत्र सुनाया। कल जुग बाबे तारिया, सत नाम पढ़ मंत्र सुनाया।
ਪਹਿਲਾ ਗੁਰਦੁਆਰਾ ਇਹ ਬਣਿਆ ਜੀ। ਇਸ ਤੋਂ ਪਹਿਲਾਂ ਕਿਤੇ ਕੋਈ ਗੁਰਦੁਆਰਾ ਨਹੀਂ ਸੀ ਹੈਗਾ। ਜਦ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਨੇ ਸ਼੍ਰੀਲੰਕਾ ਦੀ ਧਰਤੀ ਤੇ, ਪਰ ਇਹ ਗੁਰਦੁਆਰਾ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਬਣਿਆ, ਕਿਉਂਕਿ ਪਿਛਲੇ ਬਹੁਤ ਸਮੇਂ ਤੋਂ ਇੱਥੇ ਸ਼੍ਰੀਲੰਕਾ ਦੀ ਧਰਤੀ ਤੇ ਗੁਰੂ ਘਰ ਨਹੀਂ ਹੈ। ਸੋ ਇਸ ਕਰਕੇ ਸਿੰਗਾਪੁਰ ਦੇ ਗੁਰਮੁਖ ਪਿਆਰੇ ਸੇਵਕਾਂ ਨੇ, ਉੱਥੋਂ ਦੀ ਸੰਗਤ ਨੇ ਇਹ ਉਪਰਾਲਾ ਕੀਤਾ, ਬਹੁਤ ਵੱਡਾ ਉਪਰਾਲਾ, ਤੇ ਉਹਨਾਂ ਨੇ ਫਿਰ ਇਹ ਸੰਗਤਾਂ ਦੀ ਬੇਨਤੀ ਨੂੰ ਸੁਣਦਿਆਂ ਹੋਇਆਂ ਇਹ ਚਾਹਿਆ ਕਿ ਇੱਥੇ ਗੁਰਦੁਆਰਾ ਜੀ ਆਪਾਂ ਸੁਸ਼ੋਭਿਤ ਕੀਤਾ ਜਾਵੇ ਤੇ ਸੰਗਤਾਂ ਇੱਥੇ ਨਤਮਸਤਕ ਹੋਣ ਤੇ ਦਰਸ਼ਨ ਕਰਨ। ਤੇ ਇਹ ਗੁਰਦੁਆਰਾ ਸਾਹਿਬ ਕਿੰਨੇ ਚਿਰ ਹੋ ਗਿਆ ਬਣਿਆ ਹੋਇਆ? ਇਹ ਗੁਰਦੁਆਰਾ ਸਾਹਿਬ ਜੀ ਜੂਨ ਮਹੀਨੇ ਦੀ 12 ਤਰੀਕ 2016 ਚ ਪ੍ਰਕਾਸ਼ ਹੋਇਆ ਮਹਾਰਾਜ ਦਾ। ਇੱਕ ਤੁਸੀਂ ਦੱਸਿਆ ਸੀ ਨਾ ਕਿ ਇੱਥੇ ਹੀ ਕੋਲੰਬੋ ਦੇ ਅੰਦਰ ਇੱਕ ਹੋਰ ਸਥਾਨ ਸੀਗਾ ਜਿੱਥੇ ਲੀਜ਼ ਤੇ ਗੁਰਦੁਆਰਾ ਸਾਹਿਬ ਲਿੱਤਾ ਸੀਗਾ ਇਸ ਸਥਾਨ ਬਣਨ ਤੋਂ ਪਹਿਲੇ। ਹਾਂਜੀ, ਉਹ ਗੁਰਦੁਆਰਾ ਸਾਹਿਬ ਜਦੋਂ ਪਹਿਲਾ ਪ੍ਰਕਾਸ਼ ਹੋਇਆ ਮਹਾਰਾਜ ਜੀ ਦਾ ਸ਼੍ਰੀਲੰਕਾ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਬਣਿਆ, ਉਦੋਂ ਬਮਲਾ ਪਿਟੀਆ ਹੈਗਾ ਇਲਾਕਾ, ਉੱਥੇ ਮਹਾਰਾਜ ਦਾ ਸਰੂਪ ਸੀਗਾ। 3 ਸਾਲ ਤਕਰੀਬਨ ਉੱਥੇ ਗੁਰੂ ਸਾਹਿਬ ਦਾ ਸਰੂਪ ਸੀਗਾ, ਤੇ ਸੋ ਕੁਝ ਕਾਰਨਾਂ ਕਰਕੇ ਉੱਥੋਂ ਫਿਰ ਇੱਥੇ ਸ਼ਿਫਟ ਕੀਤਾ ਗਿਆ, ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ। ਹੁਣ ਇੱਥੇ ਕਿਉਂਕਿ ਉੱਥੇ 3 ਸਾਲ ਵਾਸਤੇ ਜੋ ਸੀ, ਫਿਰ ਇੱਥੇ ਸੁਸ਼ੋਭਿਤ ਕਰਾਇਆ ਗਿਆ। ਇੱਥੇ ਸਤਿਗੁਰੂ ਜੀ ਦੇ ਚਰਨ ਪਏ ਆ ਜਿਹੜੇ, ਤੇ 3 ਸਾਲ ਤੋਂ ਬਾਅਦ ਫਿਰ ਇੱਥੇ ਆਇਆ। ਤੇ ਇਹ ਸਥਾਨ ਜਿਹੜਾ ਹੈਗਾ ਇਹ ਵੀ ਲੀਜ਼ 'ਤੇ ਹੈਗਾ? ਹਾਂਜੀ ਹਾਂਜੀ, ਇਹ ਵੀ ਲੀਜ਼ ਤੇ ਹੈਗਾ। ਤੇ 5 ਸਾਲ ਤੋਂ ਬਾਅਦ ਫਿਰ ਇਹ ਲੀਜ਼ ਐਕਸਟੈਂਡ ਹੋਏਗੀ ਜਾਂ ਫਿਰ ਦੁਬਾਰਾ ਫਿਰ ਗੁਰਦੁਆਰਾ? ਇਹ ਵਾਹਿਗੁਰੂ ਜਾਣਦਾ ਜੀ। ਹਾਂਜੀ, ਇਸ ਬਾਰੇ ਕੁਝ ਨਹੀਂ ਪਤਾ ਜੀ। ਹਾਂਜੀ, ਬਾਕੀ ਚਲੋ ਗੁਰੂ ਸਾਹਿਬ ਦੇ ਮਿਹਰ ਸਦਕਾ ਇਹ ਤਾਂ ਬਹੁਤ ਵੱਡਾ ਉਪਰਾਲਾ ਆ, ਕਿਉਂਕਿ ਦੂਸਰੀ ਕੰਟਰੀ ਦੇ ਵਿੱਚ ਰਹਿ ਕੇ ਮਤਲਬ ਇਹ ਉਸਾਰੀ ਕਰਨੀ, ਇੱਥੇ ਦਾ ਮਹਿੰਗਾਈ, ਇੱਥੇ ਦੇ ਖਰਚੇ, ਪਰ ਸਤਿਗੁਰੂ ਨੇ ਜਿਹਦੇ ਕੋਲ ਸੇਵਾ ਲੈਣੀ ਆ, ਸੋ ਗੁਰੂ ਦੇ ਪਿਆਰ ਵਾਲੇ ਸੇਵਾ ਕਰ ਰਹੇ ਆ ਜੀ। ਹਾਂਜੀ। ਤੇ ਦੂਸਰਾ ਤੇ ਸਿੱਖ ਪਰਿਵਾਰ ਕਿੰਨੇ ਨੇ ਕੋਲੰਬੋ ਦੇ ਅੰਦਰ? ਸਿੱਖ ਪਰਿਵਾਰ ਦੇ ਕੋਈ ਪੱਕਾ ਤਾਂ ਕੋਈ ਨਹੀਂ ਰਹਿ ਰਿਹਾ, PR ਜਾਂ ਸਿਟੀਜ਼ਨ, ਪਰ ਤਕਰੀਬਨ ਇੱਥੇ 15-20 ਫੈਮਲੀਆਂ ਹੁੰਦੀਆਂ, ਕਦੀ 25 ਫੈਮਲੀਆਂ ਹੋ ਜਾਂਦੀਆਂ, ਕਦੀ 10 ਰਹਿ ਜਾਂਦੀਆਂ। ਆਪਣੇ ਕੰਮ ਵਾਸਤੇ ਆਉਂਦੇ ਆ ਜੀ, ਸੋ ਉਹ ਫਿਰ ਚਲੇ ਜਾਂਦੇ ਆ। 2 ਸਾਲ ਵਾਸਤੇ ਕੋਈ ਆਇਆ, ਕੋਈ 1 ਸਾਲ ਵਾਸਤੇ ਆਇਆ, ਇਸ ਤਰ੍ਹਾਂ ਕਰਕੇ ਜੀ। ਇੱਥੇ ਸਿੰਧੀ ਪਰਿਵਾਰ ਵੀ ਨੇ? ਸਿੰਧੀ ਫੈਮਲੀਆਂ 100-125 ਦੇ ਕਰੀਬ ਸਿੰਧੀ ਫੈਮਲੀਆਂ ਹੈਗੀਆਂ ਜੀ ਇੱਥੇ। ਅੱਛਾ, ਤੇ ਉੱਥੇ ਵੀ ਕੋਈ ਗੁਰਦੁਆਰਾ ਸਾਹਿਬ ਜਾਂ ਉਹਨਾਂ ਨੇ ਮੰਦਿਰ ਜਿਹਾ ਬਣਾਇਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ? ਹਾਂਜੀ, ਸਿੰਧੀ ਟੈਂਪਲ ਉਹਨੂੰ ਕਹਿੰਦੇ ਆ ਜੀ। ਉਹ ਵੀ ਜਿਹੜਾ ਆਪਣਾ ਪੁਰਾਣਾ ਗੁਰਦੁਆਰਾ ਸਾਹਿਬ ਸੀਗਾ ਉਹਦੇ ਨੇੜੇ ਹੈਗਾ ਜੀ। ਹਾਂਜੀ, ਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਹੈਗਾ, ਤੇ ਉੱਥੋਂ ਦੇ ਜਿਹੜੇ ਪੰਡਤ ਜੀ ਹੈਗੇ ਨੇ ਉਹ ਹੀ ਸਾਰਾ ਸੇਵਾ ਸੰਭਾਲ ਕਰਦੇ ਨੇ। ਕੁਛ ਆਪਣੇ ਪੰਜਾਬੀ ਵੀਰ ਹੈਗੇ ਨੇ ਜਿਹੜੇ ਉਹ ਐਤਵਾਰ ਨੂੰ ਉੱਥੇ ਜਾਂਦੇ ਆ ਤੇ ਉੱਥੇ ਸੇਵਾ ਕਰਦੇ ਆ, ਅਰਦਾਸ ਕਰਦੇ ਆ, ਹੁਕਮਨਾਮਾ ਲੈਂਦੇ ਆ। ਕਦੀ ਕਦੀ ਅਸੀਂ ਵੀ ਚਲੇ ਜਾਂਦੇ ਆ ਉੱਥੇ ਦਰਸ਼ਨ ਕਰਨ ਵਾਸਤੇ ਗੁਰੂ ਮਹਾਰਾਜ ਦੇ, ਤੇ ਸੇਵਾ ਸੰਭਾਲ ਦੇ ਬਾਰੇ ਅਸੀਂ ਕੋਸ਼ਿਸ਼ ਕਰਦੇ ਕਿ ਜੇ ਸਾਡੀ ਹੈਲਪ ਦੀ ਕੋਈ ਲੋੜ ਤੇ ਅਸੀਂ ਕਰ ਸਕੀਏ। ਉਹ ਸਥਾਨ ਕਿੰਨਾ ਪੁਰਾਣਾ ਹੈ ਜੀ? ਉਹ ਸਥਾਨ ਕਾਫੀ ਪੁਰਾਣਾ, ਆਈਡੀਆ ਨਹੀਂ ਮੈਨੂੰ ਕੋਈ ਹੈ, ਪਰ ਕਾਫੀ ਪੁਰਾਣਾ ਸਿੰਧੀ ਟੈਂਪਲ ਹੈਗਾ, ਤੇ ਮੇਰੇ ਖਿਆਲ 'ਚ ਕਾਫੀ ਸਾਲਾਂ ਪੁਰਾਣਾ ਉਹ। ਤੇ ਲੇਕਿਨ ਮੰਦਿਰ ਉਹ ਉੱਥੇ ਹੈ, ਤੇ ਜੋ ਹਿੰਦੂਇਜ਼ਮ ਦਾ ਸਾਰਾ ਉੱਥੇ ਸਿਸਟਮ ਹੈਗਾ ਉਹਦੇ ਨਾਲ ਹੀ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਹੈਗਾ। ਸਿੱਖ ਸੰਗਤਾਂ ਵੀ ਜਾਂਦੀਆਂ, ਤੇ ਹਿੰਦੂਇਜ਼ਮ ਦੇ ਨੂੰ ਜਿਹੜੇ ਫੋਲੋ ਕਰਦੇ ਉਹ ਵੀ, ਕਈ ਸਿੰਧੀ ਫੈਮਲੀਆਂ ਜਿਹੜੀਆਂ ਉਹ ਵੀ ਜਾਂਦੀਆਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਪਿਆਰ ਕਰਦੇ ਆ ਸਿੰਧੀ ਜਿਹੜੇ। ਅੱਛਾ, ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਮੈਂ ਕਾਫੀ ਥਾਵਾਂ ਤੇ ਦੇਖਿਆ ਹੈ, ਭਾਵੇਂ ਉਹ ਸਿੰਧੀਆਂ ਦੇ ਗੁਰਦੁਆਰੇ ਹੋਣ ਜਾਂ ਭਾਵੇਂ ਬਾਬਾ ਸ਼੍ਰੀ ਚੰਦ ਜੀ ਦੇ ਡੇਰੇ ਹੋਣ, ਸਾਰੇ ਸਥਾਨਾਂ ਦੇ ਉੱਥੇ ਮਹਾਰਾਜ ਦਾ ਕਈ ਸਰਾਂ ਤੇ ਪ੍ਰਕਾਸ਼ ਵੀ ਹੈਗਾ। ਹਾਂਜੀ। ਤੇ ਜੇ ਉੱਥੇ ਅਸੀਂ ਆਪਣੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਜੇ ਉੱਥੋਂ ਭੇਜ ਦਈਏ ਆਪਣੇ ਗ੍ਰੰਥੀ ਸਾਹਿਬ, ਜਿਹੜੇ ਕਿ ਰੋਜ਼ ਸਵੇਰੇ ਮਰਿਆਦਾ ਦੇ ਹਿਸਾਬ ਨਾਲ ਉੱਥੇ ਦਾ ਪ੍ਰਕਾਸ਼ ਕਰਨ, ਰਾਤੀ ਸੁਖਾਚਨ ਕਰਨ, ਤੇ ਉਹ ਚੰਗਾ ਨਹੀਂ ਰਹੇਗਾ ਤਾਂ ਕਿ ਉਹ ਮਰਿਆਦਾ ਦਾ ਪਾਲਨ ਕਰ ਸਕਣ? ਹਾਂਜੀ ਹਾਂ, ਬਿਲਕੁਲ ਹੋ ਸਕਦਾ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਉਹਦੇ ਵਿੱਚ ਕੀ ਹੁੰਦਾ, ਸਾਡੇ ਮਨ ਦੀ ਹੁੰਦੀ, ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ। ਅਗਰ ਉਹ ਕੋਈ ਅਪਰੋਚ ਕਰੇ ਕਿ ਸੇਵਾ ਤੇ ਗੁਰੂ ਮਹਾਰਾਜ ਦੀ ਸੇਵਾ ਤੇ ਤੋਂ ਵੱਡੀ ਸੇਵਾ ਹੀ ਕੋਈ ਨਹੀਂ ਹੈਗੀ। ਨਹੀਂ, ਮੈਂ ਕਈ ਜਗ੍ਹਾ ਦੇ ਉੱਤੇ ਮੈਂ ਗੱਲਾਂ ਸਾਂਝੀਆਂ ਕੀਤੀਆਂ ਨੇ, ਤੇ ਕਿਉਂਕਿ ਦੇਖੋ ਮਹਾਰਾਜ ਦਾ ਪ੍ਰਕਾਸ਼ ਜਿਹੜੇ ਘਰਾਂ 'ਚ ਜਾਂ ਜਿਨ੍ਹਾਂ ਦੇ ਮੰਦਿਰਾਂ 'ਚ ਹੈਗਾ, ਤੇ ਉਹ ਸ਼ਰਧਾ ਨਾਲ ਉਹਨਾਂ ਨੇ ਪ੍ਰਕਾਸ਼ ਕੀਤਾ ਹੋਇਆ ਹੈ। ਲੇਕਿਨ ਅਨਫੋਰਚੂਨੇਟਲੀ ਉਹ ਲੋਕ ਮਰਿਆਦਾ ਦਾ ਜਿਹੜਾ ਪਾਲਨ ਹੈ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਉਸ ਤਰੀਕੇ ਨਾਲ ਨਹੀਂ ਕਰ ਰਹੇ। ਲੇਕਿਨ ਕਾਫੀ ਸਾਲਾਂ ਦੇ ਐਸੇ ਲੋਕ ਨੇ ਜਿਹੜੇ ਇਸ ਗੱਲ ਨੂੰ ਮੰਨਦੇ ਨੇ ਕਿ ਸਾਨੂੰ ਮਦਦ ਦੀ ਲੋੜ ਹੈ, ਤੇ ਜੇ ਤੁਸੀਂ ਆਪਣੇ ਖੁਸ਼ੀ ਨਾਲ ਉਹ ਕਹਿੰਦੇ ਨੇ ਕਿ ਤੁਸੀਂ ਇੱਥੇ ਗਿਆਨੀ ਜੀ ਆਉਣ, ਗ੍ਰੰਥੀ ਸਾਹਿਬ ਆਉਣ, ਤੇ ਮਰਿਆਦਾ ਦੇ ਹਿਸਾਬ ਨਾਲ ਸਾਨੂੰ ਦੱਸਣ ਤੇ ਅਸੀਂ ਪਾਲਨ ਕਰੀਏ, ਤੇ ਉਹ ਵੀ ਆ ਕੇ ਇੱਥੇ ਸੇਵਾ ਕਰਨ। ਤੇ ਮੇਰੇ ਖਿਆਲ ਨਾਲ ਇਸ ਤਰ੍ਹਾਂ ਦੇ ਕਾਫੀ ਸਥਾਨ ਨੇ ਜਿੱਥੇ ਕਿ ਮਹਾਰਾਜ ਦੇ ਸਰੂਪ ਨੇ, ਤੇ ਕੋਈ ਇਤਿਹਾਸਿਕ ਸਥਾਨ ਵੀ ਨੇ, ਤੇ ਉਹਨਾਂ ਦੀ ਸੇਵਾ ਸੰਭਾਲ ਚੰਗੇ ਤਰੀਕੇ ਨਾਲ ਹੋ ਸਕਦੀ ਹੈ। ਹਾਂਜੀ, ਬਿਲਕੁਲ। ਸਾਡੀਆਂ ਪ੍ਰਬੰਧਕ ਕਮੇਟੀਆਂ ਨੂੰ, ਸਾਡੇ ਗੁਰੂ ਕੇ ਸਿੰਘਾਂ ਨੂੰ, ਕੀਰਤਨੀਆਂ ਨੂੰ, ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਇਸ ਚੀਜ਼ ਨੂੰ ਖੁਸ਼ੀ ਨਾਲ ਲੈਣਾ ਚਾਹੀਦਾ। ਅਗਰ ਤੁਹਾਡੇ ਕੋਲ ਕੋਈ ਅਪਰੋਚ ਕਰਦਾ, ਤੁਹਾਡੇ ਕੋਲ ਕੋਈ ਆਉਂਦਾ ਹੈ ਕਿ ਸਾਡੇ ਗੁਰੂ ਘਰ ਵਿੱਚ ਜਾਂ ਪੰਡਤ ਜੀ ਸੇਵਾ ਕਰੇ ਜਾਂ
ਜਾਂ ਨੌਨ ਸਿੱਖ ਕੋਈ ਵੀ ਸੇਵਾ ਕਰ ਰਿਹਾ ਪਰ ਉਹਨੂੰ ਮਰਿਆਦਾ ਬਾਰੇ ਜ਼ਿਆਦਾ ਪਤਾ ਨਹੀਂ ਹੈ ਤੇ ਤੁਸੀਂ ਕੋਸ਼ਿਸ਼ ਕਰੋ ਜਾਂ ਮਰਿਆਦਾ ਬਾਰੇ ਉਹਨਾਂ ਨੂੰ ਦੱਸੋ ਤੇ ਜਾਂ ਤੁਸੀਂ ਆਪ ਸੇਵਾ ਕਰੋ ਤੇ ਉਹ ਬਹੁਤ ਵਧੀਆ ਗੱਲ ਹੋਏਗੀ। ਅਸੀਂ ਤੇ ਕਹਿੰਨੇ ਵੀ ਕੋਈ ਵੀ ਗੁਰੂ ਦਾ ਕੀਰਤਨੀ ਹੈਗਾ, ਗੁਰੂ ਦਾ ਸਿੱਖ ਹੈਗਾ, ਚਾਹੇ ਗ੍ਰੰਥੀ ਸਿੰਘ ਹੈਗਾ, ਕੋਈ ਆਮ ਸਿੱਖ ਭਾਵੇਂ ਹੈਗਾ, ਉਹ ਜਾ ਕੇ ਇਹੋ ਜਿਹੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਕਰਨ ਜਿੱਥੇ ਕਿਸੇ ਨੂੰ ਮਰਿਆਦਾ ਦਾ ਨਹੀਂ ਪਤਾ, ਜਾਂ ਕੋਈ ਅਪਰੋਚ ਕਰੇ ਤੁਹਾਡੇ ਤਾਈਂ ਕਿ ਸਾਡੇ ਗੁਰਦੁਆਰਾ ਸਾਹਿਬ ਚੰਗੀ ਤਰ੍ਹਾਂ ਜਾਂ ਸਾਡੇ ਟੈਂਪਲ ਵਿੱਚ ਮੰਦਿਰ ਵਿੱਚ ਮਹਾਰਾਜ ਦਾ ਪ੍ਰਕਾਸ਼ ਆ ਪਰ ਪ੍ਰੋਪਰ ਸੇਵਾ ਨਹੀਂ ਹੋ ਰਹੀ, ਤੁਸੀਂ ਆ ਕੇ ਸੇਵਾ ਕਰੋ। ਤੇ ਮੇਰੇ ਖਿਆਲ ਨਾਲ ਇਦੋਂ ਵੱਡੀ ਕੋਈ ਸੇਵਾ ਨਹੀਂ ਆ, ਸਾਨੂੰ ਖੁਸ਼ੀ ਨਾਲ ਜਾ ਕੇ ਸੇਵਾ ਕਰਨੀ ਚਾਹੀਦੀ। ਬਹੁਤ ਚੰਗੀ ਗੱਲ ਹੈ। ਤੇ ਇੱਕ ਗੱਲ ਤੁਸੀਂ ਸਾਨੂੰ ਹੋਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇੱਥੇ ਇਤਿਹਾਸਿਕ ਸਥਾਨ ਕਿਹੜਾ ਹੈਗਾ ਜਿਹੜਾ ਬੱਟੀ ਕਲੋਵਾ ਨੂੰ ਛੱਡ ਕੇ, ਬੱਟੀ ਕਲੋਵਾ ਕਹਿੰਦੇ ਨੇ ਕੀ ਨਾਮ ਹੈ? ਹਾਂਜੀ, ਬਾਟੀ ਕਲੋਵਾ ਬਾਟੀ ਸ਼ਹਿਰ ਕਲੋਵਾ, ਹੈਗਾ ਜੀ। ਹਾਂਜੀ। ਉਸ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈਗਾ ਕੁਰਕੁਲ ਮੰਡਮ ਪਿੰਡ। ਕੁਰਕੁਲ ਮੰਡਮ ਉਹਦਾ ਐਂ ਕਹਿ ਲਓ ਕਿ ਆਪਣੇ ਪੰਜਾਬੀ ਵਿੱਚ ਤਰਜਮਾ ਕਰੀਏ ਤੇ ਉਹਦਾ ਨਾਮ ਨਿਕਲਦਾ ਗੁਰੂਕੁਲ ਮੰਡਲ, ਤੇ ਉਹ ਪਿੰਡ ਹੈਗਾ ਉੱਥੇ ਗੁਰੂ ਪਾਤਸ਼ਾਹ ਦਾ ਸਥਾਨ ਆ। ਹੁਣ ਕੁਝ ਇਤਿਹਾਸਕਾਰ ਜਾਂ ਕੁਝ ਸੂਝਵਾਨ ਵੀਰ ਜਿਨ੍ਹਾਂ ਨੇ ਸਰਚ ਕੀਤੀ ਹੈ ਉਹ ਇਹ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਰਾਜੇ ਸ਼ਿਵਨਾਭ ਦੇ ਬਾਗ ਦੇ ਵਿੱਚ ਆਏ ਹੈ ਤੇ ਜਦੋਂ ਸੁੱਕਿਆ ਬਾਗ ਹਰਿਆ ਹੋ ਗਿਆ ਤੇ ਰਾਜੇ ਨੇ ਕਈ ਵਾਲ-ਛਲ ਕੀਤੇ, ਸੋਹਣੀਆਂ ਇਸਤਰੀਆਂ ਨੂੰ ਭੇਜਿਆ। ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਗਾਸ਼ੋ ਪੁੱਤਰੀ ਰਾਜਕੁਮਾਰ, ਉਹਨਾਂ ਨੂੰ ਕਿਹਾ ਕਿ ਪੁੱਤਰੀਓ ਅਸੀਂ ਸਾਧੂ, ਅਸੀਂ ਫਕੀਰ ਲੋਕ ਹਾਂ, ਸਾਡੇ ਕੋਲ ਤੁਸੀਂ ਕੀ ਲੈਣਾ, ਤੁਸੀਂ ਜਾਓ ਆਪਣਾ ਕੰਮ ਕਰੋ। ਤੇ ਜਦੋਂ ਨਾਭ ਰਾਜੇ ਨੇ ਹੀਰੇ ਮੋਤੀ ਤੇ ਕਈ ਕੁਝ ਭੇਜਿਆ ਗੁਰੂ ਪਾਤਸ਼ਾਹ ਕੋਲ, ਪਰ ਪਾਤਸ਼ਾਹ ਨੇ ਠੁਕਰਾ ਦਿੱਤਾ ਕਿਉਂਕਿ ਉਹ ਤੇ ਇੱਕ ਨਿਰੰਕਾਰ ਦੀ ਬੰਦਗੀ ਵਿੱਚ ਜੁੜੇ ਹੋਏ ਨੇ। ਸੋ ਉਦੋਂ ਨਾਭ ਰਾਜਾ ਆ ਕੇ ਚਰਨੀ ਢਹਿ ਗਿਆ ਤੇ ਕਹਿੰਦਾ ਕਿ ਮੇਰੇ ਘਰ 'ਚ ਚਰਨ ਪਾਓ। ਤੇ ਗੁਰੂ ਪਾਤਸ਼ਾਹ ਉਹਦੇ ਬਾਗ ਤੋਂ ਜਾ ਕੇ ਜਦੋਂ ਘਰ ਗਏ ਸ਼ਿਵਨਾਭ ਰਾਜੇ ਦੇ, ਤੇ ਰਸਤੇ ਵਿੱਚ ਵੀ ਇੱਕ ਜਗ੍ਹਾ ਰੁਕੇ ਆ ਤੇ ਫਿਰ ਸ਼ਿਵਨਾਭ ਰਾਜੇ ਦੇ ਘਰੇ ਗਏ ਆ। ਕਹਿੰਦੇ ਇਸ ਤਰ੍ਹਾਂ ਕਰਕੇ ਇਤਿਹਾਸਕਾਰ ਕਹਿੰਦੇ ਆ, ਸੂਝਵਾਨ ਜਿਨ੍ਹਾਂ ਨੇ ਸਰਚ ਕੀਤੀ ਵੀਰਾਂ ਨੇ, ਉਹ ਕਹਿੰਦੇ ਕਿ ਇਸ ਤਰ੍ਹਾਂ 3 ਸਥਾਨ ਹੈਗੇ ਆ। ਪਰ ਅੱਜ ਕੱਲ੍ਹ ਜਿੱਥੇ ਗੁਰੂ ਪਾਤਸ਼ਾਹ ਨੇ ਸੁੱਕੇ ਬਾਗ ਹਰੇ ਕੀਤੇ ਸੀ ਉਸ ਜਗ੍ਹਾ ਤੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਬਿਲਡਿੰਗ ਬਣੀ ਹੈ, ਜਦ ਕਿ ਮਹਾਰਾਜ ਦਾ ਪ੍ਰਕਾਸ਼ ਅਜੇ ਨਹੀਂ ਹੋਇਆ। ਅੱਛਾ, ਉਹ ਇੱਕ ਹੋਰ ਗੁਰਦੁਆਰਾ ਸਾਹਿਬ ਹੈਗਾ। ਦੱਸਿਆ ਜਾਂਦਾ ਕਿ ਤਕਰੀਬਨ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਿਲਕੁਲ ਉਸੇ ਜਗ੍ਹਾ ਤੇ ਹੀ ਜਿੱਥੇ ਪਾਤਸ਼ਾਹ ਬੈਠੇ ਸੀ ਸਥਾਨ ਬਣਿਆ, ਪਰ ਤਕਰੀਬਨ ਜੋ ਲੋਕਾਂ ਨੇ ਸਰਚ ਕੀਤੀ ਆਪਾਂ ਕਿਸੇ ਨੂੰ ਨਕਾਰ ਨਹੀਂ ਸਕਦੇ। ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਮੁਤਾਬਕ ਇੱਥੇ ਪਾਤਸ਼ਾਹ ਆਏ, ਇੱਥੇ ਆ ਕੇ ਉਹਨਾਂ ਨੇ ਤਪ ਕੀਤਾ, ਇੱਥੇ ਆ ਕੇ ਉਹ ਸਥਾਨ ਤੇ ਰਹੇ। ਇਸ ਤੋਂ ਇਲਾਵਾ ਹੋਰ ਵੀ ਕੋਈ ਇਤਿਹਾਸਿਕ ਸਥਾਨ ਹੈਗਾ ਤੁਹਾਨੂੰ ਜਿਹੜਾ ਲੱਗਦਾ ਹੈਗਾ? ਨਹੀਂ, ਗੁਰਦੁਆਰੇ ਮੈਂ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਬੇਨਤੀ ਕਰਾਂਗਾ। ਮੈਂ ਇੱਕ ਦੋ ਵਾਰੀ ਵੈਸੇ ਵੀ ਸੰਗਤਾਂ ਨੇ ਮੈਨੂੰ ਕਿਹਾ ਕਿ ਸੰਗਤਾਂ ਨੂੰ ਬੇਨਤੀ ਕਰੋ, ਜਿਹੜੀਆਂ ਦੂਰ ਪੂਰੇ ਵਰਲਡ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਤੇ ਉਹ ਗੂਗਲ ਤੇ ਸਰਚ ਕਰਦੇ ਆ ਤੇ ਉਹਨਾਂ ਨੂੰ 4-5 ਗੁਰਦੁਆਰੇ ਦਿਖਾਉਂਦੇ ਆ ਗੂਗਲ। ਸੋ ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਇਹ ਗੁਰਦੁਆਰਾ ਸਾਹਿਬ ਫਿਲਹਾਲ ਹੈ ਤੇ ਜਾਂ ਬਾਟੀ ਕਲੋਵਾ, ਇੱਥੋਂ 350 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਹੈਗਾ। ਇਸ ਤੋਂ ਇਲਾਵਾ ਹੋਰ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ। ਸਭ ਨੂੰ ਗੁਰੂ ਪਾਤਸ਼ਾਹ ਦੇ ਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਤੇ ਨਤਮਸਤਕ ਹੋ ਕੇ ਗੁਰੂ ਪਾਤਸ਼ਾਹ ਦੀ ਚਰਨ ਛੋਹ ਤੇ ਗੁਰੂ ਪਾਤਸ਼ਾਹ ਦਾ ਆਸ਼ੀਰਵਾਦ ਲੈਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਅੱਜ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਕੋਲੰਬੋ ਦੇ, ਤੇ ਛੋਟਾ ਜਿਹਾ ਸਥਾਨ ਸੱਚੇ ਪਿਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਸਥਾਨ। ਇੱਥੇ ਰਹਿਣ ਦਾ ਇੰਤਜ਼ਾਮ ਨਹੀਂ ਹੈਗਾ, ਇਹਨਾਂ ਦੀ ਆਪਣੀ ਪਾਲਿਸੀਜ਼ ਹੈਗੀਆਂ, ਲੇਕਿਨ ਲੰਗਰ ਇੱਥੇ ਮਿਲਦਾ ਹੈ ਹਮੇਸ਼ਾ। ਤੇ ਅੰਦਰ ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਅਸੀਂ ਇੱਥੇ ਆਏ, ਇੱਥੇ ਸ਼ੂਟ ਕੀਤਾ। ਇਹ ਗੁਰਦੁਆਰਾ ਸਾਹਿਬ ਇੱਥੇ ਤਕਰੀਬਨ 4 ਜਾਂ 5 ਸਾਲ ਹੋ ਗਏ ਬਣਿਆ ਹੋਇਆ। ਇੱਥੇ ਇੱਕ ਹੋਰ ਵੀ ਸਥਾਨ ਹੈਗਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈਗਾ, ਉਹ ਹੈਗਾ ਸਿੰਧੀ ਸਮਾਜ ਦਾ ਇੱਕ ਮੰਦਿਰ, ਜਿਹਨੂੰ ਸਿੰਧੀ ਗੁਰਦੁਆਰਾ ਵੀ ਆਖਿਆ ਜਾਂਦਾ ਹੈਗਾ ਤੇ ਸਿੰਧੀ ਮੰਦਿਰ ਵੀ ਆਖਿਆ ਜਾਂਦਾ ਹੈਗਾ। ਉਸ ਸਥਾਨ ਦੇ ਉੱਤੇ ਮਹਾਰਾਜ ਦਾ ਸਰੂਪ ਪ੍ਰਕਾਸ਼ਮਾਨ ਹੈ। ਤਕਰੀਬਨ 75 ਤੋਂ 80 ਸਾਲ ਪੁਰਾਣਾ ਉਹ ਸਥਾਨ, ਜਿਹੜਾ ਕਿ ਇਸ ਗੁਰਦੁਆਰਾ ਸਾਹਿਬ ਬਣਨ ਤੋਂ ਪਹਿਲੇ ਇੱਥੇ ਆਲਰੇਡੀ ਐਗਜ਼ਿਸਟ ਕਰਦਾ ਸੀਗਾ। ਹੁਣ ਅਸੀਂ ਚੱਲੇ ਹੈਗੇ ਹਾਂ ਉਸ ਸਥਾਨ ਦੇ ਉੱਤੇ ਤਾਂ ਕਿ ਆਪ ਜਾ ਕੇ ਦਰਸ਼ਨ ਕਰੀਏ ਤੇ ਆਪ ਜੀ ਨੂੰ ਉਸ ਸਥਾਨ ਦੇ ਦਰਸ਼ਨ ਕਰਾਈਏ ਕਿ ਸ਼੍ਰੀਲੰਕਾ ਦੇ ਅੰਦਰ ਸਭ ਤੋਂ ਪਹਿਲਾ ਗੁਰਦੁਆਰਾ ਜਿਹੜਾ ਸੀਗਾ ਉਹ ਸਿੰਧੀ ਸਮਾਜ ਨੇ ਬਣਾਇਆ ਸੀਗਾ। ਮੰਦਿਰ ਵਿੱਚ ਉਹਨਾਂ ਨੇ ਪ੍ਰਕਾਸ਼ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪ ਨੂੰ ਉਹ ਸਥਾਨ ਵੀ ਦਿਖਾਣੇ ਆ ਤੇ ਚਲੋ ਸਾਡੇ ਨਾਲ ਤੇ ਦੇਖਦੇ ਰਹੋ ਸਾਡੀ ਜਰਨੀ, ਸਪਿਰਚੁਅਲ ਜਰਨੀ ਟਰਬਨ ਟਰੈਵਲਰ ਦੀ ਔਨ PTC ਨੈਟਵਰਕ। ਮੇਰੇ ਤੂੰ ਗੁਨਾਹ